Hello, students. Today we will discuss our next poem, The Fancy Dress Show. This poem has been written by Kamala Das. Kamala Das was a great Indian writer in English. A very famous book of her is My Story. So, in this poem, The Fancy Dress Show, it is an satirical poem which stirs upon the leaders, the political leaders, religious leaders, and social leaders. Fancy dress means a dress which we wear to attract someone's attention. ਫੈਂਸੀ ਡਰੈਸ ਸ਼ੋਅ ਦਾ ਮੁਕਾਬਲਾ ਤੁਸੀਂ ਦੇਖਿਆ ਹੋਵੇਗਾ, ਇਹਦੇ 'ਚ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਲੋਕ ਪਾਰਟਿਸਿਪੇਟ ਕਰਦੇ ਆ. ਸੋ ਲੈਟਸ ਗੋ ਟੂ ਦ ਪੋਇਮ. Every virtue requires today a fancy dress. Virtue means, what do you mean by virtue? Quality, ਇੱਕ ਖਾਸੀਅਤ. ਕਵਿਤਰੀ ਕਹਿੰਦੀ ਹੈ, ਪੋਇਟਸ ਕਹਿ ਰਹੀ ਹੈ ਕਿ ਅੱਜ ਕੱਲ੍ਹ ਕਿਤੇ ਵੀ ਖਾਸ ਬਣਨ ਦੇ ਲਈ ਤੁਹਾਨੂੰ ਇੱਕ ਖਾਸ ਯੂਨੀਫਾਰਮ ਡਰੈਸ ਦੀ ਜ਼ਰੂਰਤ ਹੁੰਦੀ ਹੈ, ਕੱਪੜਿਆਂ ਦੀ ਜ਼ਰੂਰਤ ਹੁੰਦੀ ਹੈ. The cassock is priest's main virtue. ਪ੍ਰੀਸਟ ਪਾਦਰੀ, ਧਾਰਮਿਕ ਜਿਹੜਾ ਵਿਅਕਤੀ ਹੁੰਦਾ ਉਹਦੇ ਲਈ ਕੈਸਕ ਲੰਬਾ ਚੋਲਾ ਪਹਿਨਣਾ ਉਹਦਾ ਵਰਚੂ ਹੈ, ਉਹਦੀ ਖਾਸੀਅਤ ਹੈ. ਕਿਉਂਕਿ ਆਪਾਂ ਦੇਖਿਆ ਕਿ ਵੱਖ-ਵੱਖ ਧਰਮਾਂ ਦੇ ਜਿਹੜੇ ਮੁਖੀ ਹੁੰਦੇ ਨੇ, ਧਾਰਮਿਕ ਆਗੂ ਹੁੰਦੇ ਨੇ, they wear a particular dress. And then the clever politician dons a saint's mean apparel. और any political ਜਿਹੜਾ ਲੀਡਰ ਹੈ, politician ਹੈ, he also wear a special dress. For example, in India, our politician mostly wears white khadi, kurta pajama or anything which make them like a leader, ਜੋ ਉਹਨਾਂ ਨੂੰ ਇੱਕ ਲੀਡਰ ਦੇ ਰੂਪ ਦੇ ਵਿੱਚ ਵਧੀਆ ਪੇਸ਼ ਕਰਦੀ ਹੈ. ਸੋ next paragraph is, the holy ash on the legitimate forehead and the holy water is in the right container. Holy ash, ਮੱਥੇ ਦੇ ਉੱਪਰ ਆਪਾਂ holy ash, ਪਵਿੱਤਰ ਵਿਭੂਤੀ ਜਾਂ ਤਿਲਕ, something like that, ਉਹ ਲਗਾਉਂਦੇ ਆ. That is on the legitimate. Legitimate ਦਾ ਮਤਲਬ ਐਸੇ ਹੁੰਦਾ right, ਸਹੀ, ਪਰ ਇੱਥੇ ਉਹਨੇ ਇਹਨੂੰ ਇੱਕ ironical ਵਿਅੰਗ ਦੇ ਤੌਰ 'ਤੇ ਵਰਤਿਆ ਹੈ ਕਿ ਤਿਲਕ ਲੱਗੇ ਹੋਏ ਮੱਥੇ ਨੂੰ ਹੀ ਅਸੀਂ ਸਹੀ ਮੱਥਾ ਮੰਨ ਲੈਂਦੇ ਹਾਂ, ਸਹੀ ਵਿਅਕਤੀ ਮੰਨ ਲੈਂਦੇ ਹਾਂ. The holy water is the right container. Holy water, ਪਵਿੱਤਰ ਪਾਣੀ. ਰਾਈਟ ਕੰਟੇਨਰ, ਇੱਕ ਖਾਸ ਕਿਸਮ ਦੇ ਬਰਤਨ ਦੇ ਵਿੱਚ ਅਸੀਂ ਭਾਂਡਾ ਪਾ ਲੈਂਦੇ ਹਾਂ, ਭਾਂਡੇ ਦੇ ਵਿੱਚ ਉਸਨੂੰ ਪਾ ਲੈਂਦੇ ਹਾਂ ਤਾਂ ਉਹ ਇੱਕ ਸਹੀ ਕੰਟੇਨਰ ਬਣਾ ਲੈਂਦੇ ਹਾਂ. ਜਿਹੜੇ ਧਾਰਮਿਕ ਲੋਕ ਹੁੰਦੇ ਨੇ ਉਹ ਕੁਝ ਖਾਸ ਤਰ੍ਹਾਂ ਦੇ ਵਿਧੀ ਵਿਧਾਨਾਂ ਦੀ ਵਰਤੋਂ ਕਰਦੇ ਨੇ ਲੋਕਾਂ ਨਾਲ ਵਰਤਣ ਦੇ ਸਮੇਂ. ਕਨਫੈਸ਼ਨਸ ਆਰ ਮੰਬਲਡ ਰੈਗੂਲਰਲੀ ਇਨ ਦਾ ਡਾਰਕ. ਪਰ ਇੱਥੇ ਕਵਿਤਰੀ ਕੀ ਕਹਿ ਰਹੀ ਹੈ, ਪੋਇਟਸ ਕਹਿ ਰਹੀ ਹੈ ਕਿ ਅਸਲ ਦੇ ਵਿੱਚ ਉਹਨਾਂ ਦੇ ਜਿਹੜੇ ਕਰਮ ਹੁੰਦੇ ਨੇ ਉਹ ਹਨੇਰੇ ਦੇ ਵਿੱਚ ਪ੍ਰਗਟ ਹੁੰਦੇ ਨੇ. ਦਿਨ ਦੀ ਰੌਸ਼ਨੀ ਦੇ ਵਿੱਚ ਇਹ ਲੋਕ ਜੋ ਆਪਣੇ ਆਪ ਨੂੰ ਰਿਲੀਜੀਅਸ ਲੀਡਰਸ ਕਹਾਉਂਦੇ ਨੇ ਜਾਂ ਪੋਲੀਟੀਕਲ ਲੀਡਰਸ ਕਹਾਉਂਦੇ ਨੇ ਜਾਂ ਸੋਸ਼ਲ ਲੀਡਰਸ ਕਹਾਉਂਦੇ ਨੇ, ਇਹ ਅਸਲ ਦੇ ਵਿੱਚ ਜਦੋਂ ਕੋਈ ਨਹੀਂ ਦੇਖ ਰਿਹਾ ਹੁੰਦਾ, ਹਨੇਰੇ ਦੇ ਵਿੱਚ ਇਹਨਾਂ ਦੇ ਅਸਲੀ ਜਿਹੜੇ ਕਰਮ ਨੇ ਉਹ ਉਜਾਗਰ ਹੁੰਦੇ ਨੇ. ਇਨ ਡੇਲਾਈਟ ਦੇ ਬਿਹੇਵ ਲਾਈਕ ਸਮਥਿੰਗ ਐਲਸ, ਬਟ when people are not seeing them, ਜਦੋਂ ਲੋਕ ਉਹਨਾਂ ਦੇ ਸਾਹਮਣੇ ਨਹੀਂ ਹੁੰਦੇ ਤਾਂ ਇਹਨਾਂ ਦਾ ਅਸਲੀ ਕਿਰਦਾਰ ਸਾਹਮਣੇ ਆਉਂਦਾ ਹੈ. The patriots have survived their long fast. ਇੱਥੋਂ ਇੱਕ ਕਮੈਂਟ ਕਰਦੀ ਹੈ ਕਿ ਅਕਸਰ ਹੀ ਜਿਹੜੇ ਲੌਂਗ ਸਟ੍ਰਾਈਕ ਮੀਨਸ ਭੁੱਖ ਹੜਤਾਲ ਦੇ ਉੱਪਰ ਬੈਠਣਾ, ਪੈਟਰੀਓਟਸ ਜੋ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦੇ ਨੇ, ਉਹ ਲੰਬੀਆਂ ਲੰਬੀਆਂ ਭੁੱਖ ਹੜਤਾਲਾਂ ਤੋਂ ਬਾਅਦ ਵੀ they can survive. The children of the poor have not been so lucky.
we hear a pity. The city morgues are full of unclaimed cadavers. Yes, cadavers, dead bodies. So ਕਹਿੰਦੀ ਮੈਨੂੰ ਨਹੀਂ ਸਮਝ ਆਉਂਦਾ ਕਿ ਪੋਲੀਟੀਸ਼ੀਅਨ ਇੰਨੀਆਂ ਲੰਮੀਆਂ ਭੁੱਖ ਹੜਤਾਲਾਂ ਤੋਂ ਬਾਅਦ ਵੀ how they can survive when our poor people in our country they die. Children die because of hunger. ਕਿਉਂਕਿ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਕੁਝ ਦਿਨ ਤਾਂ ਉਹ ਮਰ ਜਾਂਦੇ ਨੇ। ਔਰ ਇਹ ਇੱਕ ਪਿਤੀ ਹੈ, ਤਰਸ ਦੀ ਗੱਲ ਹੈ, ਸ਼ਰਮ ਦੀ ਗੱਲ ਹੈ ਕਿ ਸਾਡੀਆਂ ਮੋਰਚਰੀਜ਼ ਮੀਨਸ ਮੁਰਦਾ ਘਰ ਅਜਿਹੀਆਂ ਬੋਡੀਜ਼ ਦੇ ਨਾਲ ਭਰੇ ਹੋਏ ਨੇ ਜਿਨ੍ਹਾਂ ਨੂੰ ਕੋਈ ਕਲੇਮ ਤੱਕ ਨਹੀਂ ਕਰਦਾ। ਸੜਕਾਂ ਦੇ ਕਿਨਾਰੇ ਕੋਈ ਭੁੱਖ ਦੇ ਨਾਲ ਮਰ ਗਿਆ ਬੰਦਾ। ਸੋ ਇਨ ਦਿਸ ਸਟੈਂਜ਼ਾ she stirs upon the people who start some agitations like hunger strike. They are just hypocritic people ਜਿਹੜੇ ਕਿ ਇਹ ਸਭ ਦਾ ਪਖੰਡ ਕਰਦੇ ਨੇ। God is in his heaven and all is right with this stinking world. In these last 2 lines she said to God ਕਿ God परमात्मा अपने हैवन ਦੇ ਵਿੱਚ ਸਵਰਗ ਦੇ ਵਿੱਚ ਬੈਠਾ ਹੈ ਔਰ ਨੀਚੇ ਇਸ ਦੁਨੀਆ ਦੇ ਉੱਪਰ ਸਟਿੰਕਿੰਗ ਗਲ ਸੜ ਰਹੀ ਮੁਸ਼ਕ ਮਾਰਦੀ ਦੁਨੀਆ। ਉਹ ਹੁਣ ਗੋਡ ਨੂੰ ਸਵਾਲ ਕਰ ਰਹੀ ਹੈ ਪੋਇਟਸ ਕਿ ਰੱਬ ਆਪਣੇ ਸਵਰਗ ਦੇ ਵਿੱਚ ਬੈਠਾ ਹੈ ਪਰ ਉਸ ਦੀ ਬਣਾਈ ਦੁਨੀਆ ਜਿਹੜੀ ਹੈ ਉਹ ਸਟਿੰਗ ਕਰ ਰਹੀ ਹੈ। ਸਟਿੰਗ ਮਤਲਬ ਸਮੈਲ ਮਾਰ ਰਹੀ ਹੈ ਉਹਦੇ ਵਿੱਚੋਂ। ਯਾਨੀ ਕਿ ਪਰਮਾਤਮਾ ਉਹ ਸਾਰਾ ਕੁਛ ਦੇਖਦੇ ਹੋਏ ਵੀ ਕੁਝ ਕਿਉਂ ਨਹੀਂ ਕਰਦਾ। ਇਟ ਮੀਨਸ ਉਹ ਕੁਐਸਚਨ ਉਠਾ ਰਹੀ ਹੈ ਕਿ ਜਿਹੜੇ ਪਖੰਡੀ ਨੇ, ਜਿਹੜੇ ਫੈਂਸੀ ਡਰੈਸਿਸ ਪਹਿਨ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਚਾਹੇ ਉਹ ਪੋਲੀਟੀਸ਼ੀਅਨਸ ਨੇ, ਚਾਹੇ ਉਹ ਰਿਲੀਜੀਅਸ ਲੀਡਰਸ ਨੇ, ਚਾਹੇ ਸੋਸ਼ਲ ਲੀਡਰਸ ਨੇ, ਉਹਨਾਂ ਦਾ ਮੇਨ ਕੰਮ ਹੈ ਕਿ ਉਸ ਡਰੈਸ ਨੂੰ ਪਹਿਨ ਕੇ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਬਣਾਉਣਾ, ਨਾ ਕਿ ਲੋਕਾਂ ਦੀ ਇਨ ਰੀਅਲ ਸੈਂਸ ਕੋਈ ਸਰਵਿਸ ਕਰਨੀ, ਕੋਈ ਸੇਵਾ ਕਰਨੀ ਜਾਂ ਉਹਨਾਂ ਨੂੰ ਰਸਤਾ ਦਿਖਾਉਣਾ। ਸੋ ਇਨ ਦਿਸ ਪੋਇਮ ਜਿਹੜੀ ਹੈ ਇਹ ਹਿਸਟੋਰੀਕਲ ਪੋਇਮ ਹੈ ਰਿਟਨ ਬਾਈ ਕਮਲਾ ਦਾਸ। ਇਹ ਹਿਪੋਕ੍ਰਿਟੀਕਲ ਜਿਹੜਾ ਪਖੰਡੀ ਬਿਹੇਵੀਅਰ ਪੀਪਲ ਦਾ ਹੈ ਪ੍ਰੈਜ਼ੈਂਟ ਦੇ ਲੀਡਰਸ ਜਿੰਨੇ ਵੀ ਹੈ ਉਹਨਾਂ ਦੇ ਉੱਪਰ ਇੱਕ ਸਟਾਇਰ ਕਰਦੀ ਹੈ। ਉਹ ਲੋਕਾਂ ਦਾ ਸਰਵਾਈਵਰ, ਉਹਨਾਂ ਨੂੰ ਬਚਾਉਣ ਵਾਲੇ ਬਣਨ ਦਾ ਪਖੰਡ ਕਰਦੇ ਨੇ ਬਟ ਇਨ ਫੈਕਟ ਇਨ ਰਿਐਲਿਟੀ they are very greedy people and hard-hearted. They have no mercy in their hearts. They are big exploiters. ਉਹ ਬਹੁਤ ਦੂਸਰਿਆਂ ਦਾ ਸ਼ੋਸ਼ਣ ਕਰਨ ਵਾਲੇ ਬੰਦੇ ਹੁੰਦੇ ਨੇ। Even she said ਕਿ God seems to be on the side of these hypocrites. ਕਿ ਰੱਬ ਵੀ ਕਦੇ ਕਦੇ ਲੱਗਦਾ ਹੈ ਕਿ ਇਹਨਾਂ ਹਿਪੋਕ੍ਰੈਟਸ ਦੇ ਹੱਕ ਦੇ ਵਿੱਚ ਖੜਾ ਹੈ। Why? Because the world here is stinging and the God is sitting in his heaven. So this is the poem, The Fancy Dress Shoe. Thank you so much.